ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਹੁਣ ਸ਼ੋਅ ਜਿਹੜੇ ਨੇ ਥੋੜ੍ਹੇ ਜਿਹੇ ਟੌਪਿਕ ਹਟ ਕੇ ਕਰਨੇ ਸ਼ੁਰੂ ਕਰਾਂਗੇ, ਕਿਉਂਕਿ ਪਹਿਲਾਂ ਚੱਲਿਆ ਆਉਂਦਾ ਜਿਹੜਾ ਟੌਪਿਕ ਸੀ ਉਹ ਸੀ ਵੀ ਆਇਲਸ ਸੈਂਟਰ ਨਹੀਂ ਖੁੱਲ੍ਹੇ ਜੀ, ਆਇਲਸ ਕਿੱਥੋਂ ਕਰੀਏ। ਆਇਲਸ ਸੈਂਟਰ ਵੀ ਖੁੱਲ੍ਹ ਗਏ ਨੇ। ਹੁਣ ਪ੍ਰੋਫਾਈਲਸ ਅਲੱਗ-ਅਲੱਗ ਸਾਹਮਣੇ ਆਉਣੀਆਂ, ਜਿਵੇਂ ਆਇਲਸ ਸੈਂਟਰ ਖੁੱਲ੍ਹੇ, ਰਿਜ਼ਲਟ ਆਉਣਗੇ, ਕੋਈ 5.5 ਵਾਲਾ, ਕੋਈ 6 ਵਾਲਾ, ਕੋਈ 1 'ਚ 5.5, ਕੋਈ 2 'ਚ 5.5। ਉਹ ਬੱਚੇ ਕਿਹੜੀ ਕੰਟਰੀ ਜਾ ਸਕਦੇ ਨੇ, ਉਹਨਾਂ ਲਈ ਜਾਣਨਾ ਜ਼ਰੂਰੀ ਹੈ। ਕੁਛ ਆਲਰੇਡੀ ਇਸ ਪ੍ਰੋਫਾਈਲ ਨਾਲ ਰਿਲੇਟਿਡ ਕਨਫਿਊਜ਼ ਘਰ ਬੈਠੇ ਨੇ ਵੀ ਸਾਡੇ ਕੋਈ ਤਾਂ ਵਿਦਆਊਟ ਆਇਲਸ ਜਾਣਾ ਚਾਹੁੰਦਾ ਹੈ, ਪਰਸੈਂਟੇਜ ਕਿੰਨੀ ਹੈ। ਸੋ ਅੱਜ ਪ੍ਰੋਫਾਈਲਸ ਨੂੰ ਲੈ ਕੇ ਡਿਸਕਸ ਕਰਾਂਗੇ, ਨਾਲ ਕੰਟਰੀ ਹਰ ਇੱਕ ਜਿਹੜੀ ਆਪਸ਼ਨ ਆ ਤੁਹਾਡੇ ਅੱਗੇ ਰੱਖਾਂਗੇ। ਤੁਹਾਡੀ ਪ੍ਰੋਫਾਈਲ ਜਿਹੜੀ ਵੀ ਹੈ, ਅੱਜ ਇਹ ਸ਼ੋਅ ਨੂੰ ਧਿਆਨ ਨਾਲ ਸੁਣਿਓ, ਹੋ ਸਕਦਾ ਉਹ ਵੀ ਡਿਸਕਸ ਹੋਵੇ ਅਤੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਘਰੇ ਬੈਠੇ ਮਿਲ ਜਾਵੇ ਵੀ ਜੇ ਆਹ ਪ੍ਰੋਫਾਈਲ ਹੈ ਜੀ, ਆਹ ਆਪਸ਼ਨਸ ਮਿਲਦੀਆਂ ਨੇ, ਇਹ ਕੰਟਰੀ ਤੁਹਾਨੂੰ ਜਿਹੜੀ ਹੈ ਵੀਜ਼ਾ ਦੇ ਸਕਦੀ ਹੈ, ਬੱਚਾ ਜਾ ਸਕਦਾ ਹੈ। ਬਹੁਤ ਤਰ੍ਹਾਂ ਦੇ ਹੋਰ ਵੀ ਸਵਾਲ ਤੁਹਾਡੇ ਮਨ ਦੇ ਵਿੱਚ ਹੋਣੇ ਆ, ਕੁਝ ਜੇ ਅਸੀਂ ਨਹੀਂ ਸਾਂਝਾ ਕਰ ਪਾਉਂਦੇ ਤਾਂ ਜਿਹੜਾ ਨੰਬਰ ਟੀਵੀ ਸਕਰੀਨ ਤੇ ਚੱਲ ਰਿਹਾ ਉਹਦੇ ਤੇ ਕਾਲ ਕਰੋ। ਉਹ ਤੁਹਾਨੂੰ ਪ੍ਰੋਪਰਲੀ ਫ੍ਰੀ ਆਫ ਕਾਸਟ ਗਾਈਡੈਂਸ ਕਾਉਂਸਲਿੰਗ ਦੇਣ ਲਈ ਤਿਆਰ ਨੇ। ਉਹ ਟੀਮ ਆਪਣੇ ਐਕਸਪੀਰੀਅੰਸ ਸਦਕੇ ਤੁਹਾਨੂੰ ਪ੍ਰੋਪਰ ਜਿਹੜਾ ਗਾਈਡ ਕਰੇਗੀ। ਸਾਰੀ ਗੱਲਬਾਤ ਕਰਨ ਦੇ ਲਈ ਵਿਸ਼ਵਾਸ ਇੰਟਰਨੈਸ਼ਨਲ ਤੋਂ ਮੁਕੇਸ਼ ਜੀ ਨੂੰ ਅੱਜ ਸੱਦਾ ਦਿੱਤਾ ਗਿਆ। ਮੁਕੇਸ਼ ਭਾਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਮੈਂ ਥੋੜ੍ਹਾ ਜਿਹਾ ਇੱਕ ਟੌਪਿਕ ਹੋਰ ਵੀ ਦੱਸ ਦਵਾਂ ਜੀ। UK ਜਿੱਥੇ ਗੱਲ ਕਰਦੇ ਸੀਗੇ ਵੀ ਬਹੁਤ ਵੱਡੇ ਪੱਧਰ 'ਤੇ ਵੀਜ਼ਾ ਆ ਰਹੇ ਆ, ਇੰਟਰਵਿਊਜ਼ ਅਤੇ ਰਿਜੈਕਸ਼ਨ ਵੀ ਹੁਣ ਸੁਣਨ ਨੂੰ ਮਿਲ ਰਹੀਆਂ। ਕਿਹਨਾਂ ਨੂੰ ਮਿਲ ਰਹੀਆਂ ਰਿਜੈਕਸ਼ਨਸ, ਕਿਹਨਾਂ ਨੂੰ ਮਿਲੇਗਾ ਵੀਜ਼ਾ ਜਾਂ ਮਿਲ ਰਿਹਾ ਵੀਜ਼ਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਜੀ ਕੈਨੇਡਾ ਨੂੰ ਲੈ ਕੇ। ਕੈਨੇਡਾ ਬੱਚੇ ਜਿਹੜੇ ਹੁਣ ਜਾਣਾ ਚਾਹੁੰਦੇ ਨੇ ਉਹ ਇਹ ਗੱਲ ਤੋਂ ਕਨਫਿਊਜ਼ ਨੇ ਵੀ ਕੁਛ ਦਿਨਾਂ ਤੋਂ ਏਜੰਟਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀਰਾਂ ਨੇ ਵੀ 1 'ਚ 5.5 ਜਾਂ 2 'ਚ 5.5 ਹੈ, ਤਾਂ ਹੁਣ AIP ਰਿਜੈਕਸ਼ਨ ਕਹਿ ਲਓ, ਰਿਜੈਕਟ ਕਹਿ ਲਓ, ਰਿਫਿਊਜ਼ ਕਹਿ ਲਓ, ਉਹ ਹੋਣਾ ਸ਼ੁਰੂ ਹੋ ਗਿਆ। ਕੀ ਕਹਿਣਾ ਭਾਜੀ ਇਹਦੇ ਬਾਰੇ? ਦੇਖੋ ਸਰ, ਇਹ ਗੱਲ ਅਮਨ ਭਾਜੀ ਬਿਲਕੁਲ ਠੀਕ ਹੈ ਕਿ ਹੁਣ ਰਿਫਿਊਜ਼ ਹੋਣਾ ਸ਼ੁਰੂ ਹੋ ਗਿਆ, ਬਟ ਇਹ ਗੱਲ ਦੂਸਰੇ ਐਂਡ 'ਤੇ ਅਗਰ ਤੁਸੀਂ ਨੋਟਿਸ ਕਰੋਗੇ ਤਾਂ ਰਿਫਿਊਜ਼ਲ ਪਹਿਲਾਂ ਵੀ ਆਉਂਦੀ ਸੀ, ਔਰ ਅੱਜ ਦੇ ਡੇਟ 'ਚ ਵੀ ਐਸਾ ਨਹੀਂ ਹੈ ਕਿ 100% AIP ਰਿਫਿਊਜ਼ਡ ਹੋ ਰਹੀ ਹੈ। ਡਿਪੈਂਡ ਕਰਦਾ ਕਿ ਤੁਹਾਡਾ ਐਕੈਡਮਿਕ ਰਿਕਾਰਡ ਕਿੱਦਾਂ ਦਾ। ਅਗਰ 1 'ਚ 5.5 ਹੈ, ਸਾਡੇ ਹਾਲ ਵਿੱਚ ਹੀ 2-3 AIPs ਆਈਆਂ, ਔਰ ਨੋ ਡਾਊਟ ਦੇਰ ਇਜ਼ ਸਮ ਰਿਜੈਕਸ਼ਨਸ ਐਜ਼ ਵੈਲ ਇਨ ਟੂ ਦਾ ਮਾਰਕੀਟ, ਬਟ ਉਹ ਡਿਪੈਂਡ ਕਰਦਾ 2-3 ਚੀਜ਼ਾਂ ਦੇ ਉੱਤੇ। ਔਰ ਇਹ ਕੈਨੇਡਾ ਦੇ ਨਾਲ ਆਲਵੇਜ਼ ਰਿਹਾ ਕਿ ਅਗਰ ਤੁਹਾਡੀ SOP ਠੀਕ ਨਹੀਂ ਹੈ, ਪ੍ਰੈਜੈਂਟੇਸ਼ਨ ਠੀਕ ਨਹੀਂ ਹੈ ਫਾਈਲ ਦੀ, ਜਾਂ ਐਕੈਡਮਿਕ ਰਿਕਾਰਡ ਵਧੀਆ ਨਹੀਂ ਹੈ, ਤਾਂ ਦੇ ਕੈਨ ਗੈਟ ਰਿਜੈਕਸ਼ਨ। ਮਤਲਬ ਇਹ ਆਲਰੇਡੀ ਪਹਿਲੇ ਵਾਲਾ ਸਿਸਟਮ ਹੀ ਚੱਲ ਰਿਹਾ, ਕੋਈ ਨਵੀਂ ਚੀਜ਼ ਨਹੀਂ ਹੈ। ਉਹ ਬੇਸਿਕਲੀ ਇਹ ਜ਼ਰੂਰ ਹੋ ਸਕਦਾ ਹੈ ਕਿ ਲੋਕਡਾਊਨ ਤੋਂ ਬਾਅਦ ਜਦੋਂ ਇਹ ਸੈਕੰਡ ਸਟੇਜ ਔਰ ਫਸਟ ਸਟੇਜ ਵਾਲਾ ਕੰਸੈਪਟ ਹੋਇਆ ਸੀ, ਨੋ ਡਾਊਟ ਬਹੁਤ ਸਾਰੇ ਐਸੇ ਸਟੂਡੈਂਟਸ ਦੀ ਵੀ AIP ਆਈ ਹੈ ਜਿਨ੍ਹਾਂ ਦਾ ਐਕਸਪੈਕਟਡ ਨਹੀਂ ਸੀਗਾ। ਉਹ ਹੁਣ ਥੋੜ੍ਹਾ ਜਿਹਾ ਨਾਰਮਲ ਸਰਕਮਸਟੈਂਸਿਸ ਹੋ ਰਹੇ, ਜਿੱਦਾਂ ਐਮਬੈਸੀ ਬੈਕ ਟੂ ਨਾਰਮਲ ਹੋ ਰਹੀ ਹੈ, ਔਰ ਐਜ਼ ਇਟ ਇਜ਼ ਜਿਹੜਾ ਰੂਟੀਨ ਜੌਬ ਸੀ ਉੱਦਾਂ ਹੀ ਕੁਆਲਿਟੀ ਨੂੰ ਪ੍ਰਮੋਟ ਕਰਨ ਦੇ ਵਾਸਤੇ ਉਹ ਲੋਕ ਉਹਦੇ 'ਤੇ ਹੀ ਫੋਕਸ ਕਰ ਰਹੇ, ਅਤੇ ਹੁਣ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਰਿਜੈਕਸ਼ਨ ਆ ਗਈ ਹੈ। ਪਰ ਸੇਮ ਚੀਜ਼ UK 'ਚ ਵੀ ਹੋਈ ਹੈ। UK ਤੁਸੀਂ ਤਾਂ ਆਪ ਕਰਦੇ ਹੋ, ਤੁਹਾਡਾ ਆਫਿਸ ਵੀ ਹੈ UK ਦੇ ਵਿੱਚ। ਹੁਣ UK ਵਾਲੇ ਸੋਸ਼ਲ ਮੀਡੀਆ 'ਤੇ ਘੱਟ ਵੀ ਗਏ ਬੋਲਣੇ ਵੀ ਵੀਜ਼ੇ ਆ ਰਹੇ ਨੇ। ਹੁਣ ਕਿਤੇ ਇਹ ਵੀ ਲੱਗਦਾ ਵੀ ਇੰਟਰਵਿਊਜ਼ ਜ਼ਿਆਦਾ ਕਾਲ ਆਉਣ ਲੱਗ ਗਈਆਂ। ਹੁਣ ਇਹ ਵੀ ਲੱਗਦਾ ਵੀ ਰਿਜੈਕਟ ਹੋਣੇ ਸ਼ੁਰੂ ਹੋ ਗਏ। ਕਿਤੇ ਨਾ ਕਿਤੇ ਬੈਨ ਦੀ ਖਬਰਾਂ ਵੀ ਆਈਆਂ ਜਿਨ੍ਹਾਂ ਨੇ ਫਰਾਡੂਲੈਂਟ ਡਾਕੂਮੈਂਟ ਲਾਏ। ਇਹ ਸਾਰੀਆਂ ਖਬਰਾਂ ਜਿਹੜੀਆਂ ਪਹੁੰਚਦੀਆਂ, ਕਿੰਨੀ ਕੁ ਸੱਚਾਈ ਹੈ, ਕੀ ਕਾਰਨ ਨੇ ਉਹਨਾਂ ਦੇ? ਦੇਖੋ, ਮੈਂ ਨਾ ਇਹ ਜਿਹੜੀ ਸੱਚਾਈ ਵਾਲੀ ਗੱਲ ਹੈ, ਜਿਹੜੀ ਜੋ ਵੀ ਮਾਰਕੀਟ 'ਚ ਖਬਰ ਆਉਂਦੀ ਹੈ ਉਹ 100% ਰੂਮਰ ਹੈ, ਐਸਾ ਮੈਂ ਬਿਲਕੁਲ ਨਹੀਂ ਕਹਾਂਗਾ। ਇੰਟਰਵਿਊਜ਼ ਵੀ ਹੈ, ਰਿਜੈਕਸ਼ਨਸ ਵੀ ਹੈ, ਬਟ ਵੀਜ਼ਾ ਵੀ ਹੈ। ਠੀਕ ਹੈ, ਇਹ ਡਿਪੈਂਡ ਕਰਦਾ ਹੈ ਕਿ ਹੁੰਦਾ ਕੀ ਹੈ ਕਿ ਤੁਸੀਂ ਕਿਤੇ ਨਾ ਕਿਤੇ ਜਿਹੜੀ ਐਡਵਾਂਟੇਜ ਆਪਾਂ ਇੱਕ ਸਿਸਟਮ ਨੂੰ ਅਬਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੰਟਰੀ ਕੋਈ ਵੀ ਹੈ, ਕਦੀ ਵੀ ਦੇਖੋ, UK ਨੇ 2009 ਤੋਂ 12 ਦੇ ਵਿੱਚ ਵੀ ਬਹੁਤ ਇੱਕ ਗੋਲਡਨ ਓਪਰਚੁਨਿਟੀ ਦਿੱਤੀ ਸੀ, ਅੱਜ ਫਿਰ ਸੁਨਹਿਰੀ ਮੌਕਾ ਦਿੱਤਾ ਇੰਡੀਅਨ ਸਟੂਡੈਂਟਸ ਨੂੰ ਪੜ੍ਹਨ ਵਾਸਤੇ। ਬਟ ਸਾਡੇ ਆਪ ਦੇ ਲੋਕ, ਸਾਡੇ ਏਜੰਟਸ ਔਰ ਅਸੀਂ ਖੁਦ ਸਾਡੇ ਸਟੂਡੈਂਟਸ, ਠੀਕ ਹੈ, ਸਾਡੇ ਵਿੱਚੋਂ ਹੀ ਉਹ ਲੋਕ ਹੈ। ਦੇਖੋ, ਹੋਰ ਕੋਈ ਬਾਹਰੋਂ ਆ ਕੇ ਤਾਂ ਨਹੀਂ ਕੰਮ ਕਰਦਾ। ਅਗਰ ਤੁਸੀਂ ਨਕਲੀ ਡਾਕੂਮੈਂਟ ਲਗਾਓਗੇ, ਨਕਲੀ ਆਇਲਸ ਦੇ ਨਾਲ ਬੱਚੇ ਦਾ ਡਾਕੂਮੈਂਟ ਵੀਜ਼ਾ ਅਪਲਾਈ ਕਰੋਗੇ, ਕਿਤੇ ਨਾ ਕਿਤੇ ਪੁਆਇੰਟ ਬੇਸ ਸਿਸਟਮ ਸੀਗਾ। ਠੀਕ ਹੈ, ਪੁਆਇੰਟ ਬੇਸ ਸਿਸਟਮ ਸੀਗਾ, ਅਤੇ ਇਹਦੀ ਜਿਹੜੀ ਹੈ ਇਹ ਪ੍ਰੀ ਗ੍ਰਾਂਟੇਸ਼ਨ ਜਿਹੜੀ ਏਜੰਟਸ ਔਰ ਸਟੂਡੈਂਟਸ ਵੱਲੋਂ ਲਿੱਤੀ ਗਈ ਕਿ ਅੱਖ ਬੰਦ ਕਰਕੇ ਵੀਜ਼ਾ ਆਉਣਾ, ਇਹ ਹਰ ਆਦਮੀ ਨੇ ਸੋਚਿਆ ਸੀ। ਜਿਹੜਾ ਮਰਜ਼ੀ ਅਪਲਾਈ ਕਰੋ ਵੀਜ਼ਾ, ਜਿਹੜਾ ਮਰਜ਼ੀ, ਕਿਉਂਕਿ 40 ਪੁਆਇੰਟ ਅਲਾਟ ਹੋ ਗਏ। 39 ਪੁਆਇੰਟ ਤੁਸੀਂ ਨਕਲੀ ਡਾਕੂਮੈਂਟ ਤਾਂ ਲੈ ਲਏ, ਇੰਟਰਵਿਊ ਫਰਜ਼ੀ ਆਦਮੀ ਕੋਲੋਂ ਕਰਵਾ ਕੇ ਲੈ ਲਏ, ਯੂਨੀਵਰਸਿਟੀ ਦਾ ਇੰਟਰਵਿਊ ਟੈਲੀਫੋਨਿਕ ਦੂਸਰੇ ਬੰਦੇ ਤੋਂ ਕਰਵਾ ਲਿਆ। ਹੁਣ ਇਹ ਵੀ ਸੁਣਿਆ ਵੀ ਜੇ ਉਹਨਾਂ ਨੂੰ ਮਾੜਾ ਮੋਟਾ ਵੀ ਡਾਊਟ ਹੁੰਦਾ ਉਹ ਕਹਿੰਦੇ ਵੀਡੀਓ ਕਾਲ ਤੇ ਆ ਜਾਓ। ਹਾਂ ਬਿਲਕੁਲ, ਵੀਡੀਓ ਕਾਲ ਤੇ ਆ ਜਾਓ। ਹੁਣ ਬੇਸਿਕਲੀ ਆਹ ਚੀਜ਼ ਜਦੋਂ ਉੱਥੇ ਬੱਚੇ ਗਏ, ਉਹਨਾਂ ਦਾ ਜਿਹੜਾ ਫੀਡਬੈਕ ਯੂਨੀਵਰਸਿਟੀਜ਼ ਵੱਲੋਂ ਆਇਆ
ਇਮੀਗ੍ਰੇਸ਼ਨ ਨੂੰ ਯੂਕੇ ਬਾਰਡਰ ਏਜੰਸੀ ਨੂੰ ਨਿਊਜ਼ ਮਿਲੀ ਤੇ ਉਹਨਾਂ ਨੇ ਡੈਫੀਨੇਟਲੀ ਹੁਣ ਸਟਾਰਟ ਕਰ ਦਿੱਤੇ ਇੰਟਰਵਿਊ, ਕਿਉਂਕਿ ਔਰ ਜਿਹੜਾ ਫਰਦਰ ਜਨਵਰੀ ਇਨਟੇਕ ਹੈ ਨਾ ਭਾਜੀ, ਉਹਦੇ ਵਿੱਚ ਉਹਨਾਂ ਨੇ 10 ਪੁਆਇੰਟ ਪਾਰਟਿਕੂਲਰ ਇੰਗਲਿਸ਼ ਦੇ ਅਲਾਟ ਕਰਨੇ ਆ, ਔਰ ਉਹ ਕਿਸ ਬੇਸ ਤੇ ਕਿਸ ਬਿਹਾਫ ਤੇ ਅਲਾਟ ਕਰਨੇ ਆ, ਉਹ ਜਿਹੜਾ ਹੈ ਕੰਸੈਪਟ ਮਤਲਬ ਕਲੀਅਰ ਕਰਨਾ ਪਏਗਾ ਕੈਸ ਲੈਟਰ ਦੇ ਵਿੱਚ ਯੂਨੀਵਰਸਿਟੀ ਨੂੰ ਕਿ ਵੀ ਆਪਾਂ ਇਹਦਾ ਇੰਟਰਵਿਊ ਦੇ ਬੇਸਿਸ ਤੇ ਕੀਤਾ ਜਾਂ ਕੋਈ ਫਾਊਂਡੇਸ਼ਨ ਜਾਂ ਕੋਈ ਐਲਏ ਕੋਰਸ ਲਗਾ ਰਹੇ ਹਾਂ ਜਾਂ ਇਹਦਾ ਆਇਲਸ ਦੇ ਬੇਸਿਸ ਤੇ ਕੀਤਾ। ਬਾਕੀ ਪਤਾ ਕੀ ਹੈ ਅਮਨ ਭਾਜੀ, ਦੇਖੋ ਸੱਚ ਔਰ ਝੂਠ ਵਾਲੀ ਜਿਹੜੀ ਗੱਲ ਹੈ, ਮੈਨੂੰ ਇੱਕ ਛੋਟਾ ਜਿਹਾ ਕਿੱਸਾ ਇੱਕ ਯਾਦ ਆ ਰਿਹਾ ਸੱਚ ਔਰ ਝੂਠ ਤੇ। ਸਾਨੂੰ ਸ਼ੁਰੂ ਤੋਂ ਪੂਰੀ ਦੁਨੀਆ ਦੇ ਅੰਦਰ ਸਾਡੇ ਧਰਮਾਂ ਨੇ, ਧਰਮ ਗੁਰੂਆਂ ਨੇ, ਮਾਂ ਪਿਓ ਨੇ, ਸਕੂਲਸ ਦੇ ਅੰਦਰ ਸਾਡੇ ਟੀਚਰਸ ਨੇ ਔਰ ਵੱਡਿਆਂ ਨੇ ਹਮੇਸ਼ਾ ਸਿਖਾਇਆ ਕਿ ਸੱਚ ਬੋਲਣਾ ਚਾਹੀਦਾ। ਇਹ ਸੱਚਾਈ ਹੈ ਕਿ ਸੱਚ ਬੋਲਣਾ ਚਾਹੀਦਾ, ਬੜੀ ਵਧੀਆ ਗੱਲ ਹੈ, ਪਰ ਇੱਕ ਕੌੜਾ ਸੱਚ ਇਹ ਹੈ ਕਿ ਸਾਰੀ ਦੁਨੀਆ ਦੇ ਵਿੱਚ ਸਾਰੇ ਦੇ ਸਾਰੇ ਸੱਚ ਨਹੀਂ ਬੋਲਦੇ, ਸੱਚ ਕੋਈ ਵੀ ਨਹੀਂ ਬੋਲਦਾ, ਠੀਕ ਹੈ। ਹੁਣ ਤੁਸੀਂ ਵੀ ਉਹਨੇ ਇੱਕ ਕੁਐਸਚਨ ਕੀਤਾ, ਮੈਨੂੰ ਉਸੇ ਕਰਕੇ ਗੱਲ ਯਾਦ ਆਈ ਕਿ ਵੀ ਤੁਸੀਂ ਕਿਹਾ ਕਿ ਆਲਰੇਡੀ ਜਿਹੜਾ ਹੈ ਰਿਫਿਊਜ਼ਲ ਆ ਰਹੀ ਹੈ, ਇਹਦੇ ਵਿੱਚ ਕਿੰਨੀ ਸੱਚਾਈ ਹੈ ਕਿ ਇੰਟਰਵਿਊ ਹੋ ਰਹੇ ਹੈ ਫਰਾਡਲੈਂਟ ਡਾਕੂਮੈਂਟ ਹਨ। ਅਗਰ ਤੁਸੀਂ ਕਿਸੇ ਵੀ ਏਜੰਸੀ ਨੂੰ ਪੁੱਛੋਗੇ, ਕਿਸੇ ਵੀ ਸਟੂਡੈਂਟ ਨੂੰ ਪੁੱਛੋਗੇ, ਔਰ ਉਹ ਬਿਲਕੁਲ ਡਿਨਾਈ ਕਰਨਗੇ ਕਿ ਵੀ ਨੈਵਰ ਪੁੱਟ ਦਾ ਐਨੀ ਫਾਲਸ ਡਾਕੂਮੈਂਟ। ਰਿਜੈਕਸ਼ਨ ਆਈ ਨਹੀਂ, ਸਾਡੇ ਤੇ ਰਿਜੈਕਸ਼ਨ ਨਹੀਂ ਆਈ, ਰਿਜੈਕਸ਼ਨ ਆਈ ਐਮਬੈਸੀ ਗਲਤ ਹੈ। ਅੱਛਾ, ਐਮਬੈਸੀ ਗਲਤ। ਮੈਂ ਇੰਟਰਵਿਊ ਦਿੱਤਾ ਸੀ, ਬਹੁਤ ਵਧੀਆ ਦਿੱਤਾ ਸੀਗਾ, ਮੇਰਾ ਕੋਈ ਡਾਕੂਮੈਂਟ ਜਾਲੀ ਨਹੀਂ ਸੀਗਾ, ਵੀਜ਼ਾ ਮਿਲਣਾ ਚਾਹੀਦਾ ਸੀਗਾ ਜੀ, ਕੋਈ ਦਿੱਕਤ ਨਹੀਂ। ਮੈਂ ਮਤਲਬ ਮੇਰੇ ਹੁਣ ਇੱਕ ਬੱਚੇ ਦਾ ਇੰਟਰਵਿਊ ਹੋਇਆ, ਉਹਦੀ ਹੀ ਗਾਟ ਰਿਜੈਕਟਡ ਬਾਏ ਦਾ ਐਮਬੈਸੀ, ਠੀਕ ਹੈ। ਉਹਨੂੰ ਵੀਜ਼ਾ ਅਫਸਰ ਨੇ ਸਵਾਲ ਕੀਤਾ ਕਿ ਤੂੰ ਕਿਉਂ ਇੰਗਲੈਂਡ ਜਾਣਾ ਚਾਹੁੰਦਾ, ਕਹਿੰਦਾ ਜੀ ਉੱਥੇ ਪ੍ਰੈਕਟੀਕਲ ਸਟੱਡੀਜ਼ ਹੈ, ਇੱਥੇ ਥਿਓਰੀਕਲ ਹੈ। ਉਹਨੇ ਕਿਹਾ ਵਾਟ ਇਜ਼ ਦ ਡਿਫਰੈਂਸ ਬਿਟਵੀਨ ਪ੍ਰੈਕਟੀਕਲ ਐਂਡ ਥਿਓਰੀਕਲ ਸਟੱਡੀਜ਼, ਸੇਮ ਟੂ ਸੇਮ ਉਹਨੇ ਕਾਪੀ ਪੇਸਟ ਆਨਸਰ ਕਰ ਦਿੱਤਾ, ਕਹਿੰਦਾ ਜੀ ਬਿਕੋਜ਼ देयर इज ਪ੍ਰੈਕਟੀਕਲ ਸਟੱਡੀਜ਼। ਤਾਂ ਬੇਸਿਕਲੀ ਉਹ ਮੈਂ ਗੱਲ ਜਿਹੜੀ ਸੁਣਾਉਣ ਲੱਗਿਆ ਸੀ ਵਿੱਚ ਹੀ ਰਹਿ ਗਈ ਹੈ। ਇੱਕ ਬੜਾ ਇੱਕ ਇੰਟਰਸਟਿੰਗ ਜਿਹਾ ਕਿੱਸਾ ਕਿ ਬੇਸਿਕਲੀ ਕੀ ਹੋਇਆ, ਇੱਕ ਵਾਰ ਮੁੱਲਾ ਨਸੀਰੁਦੀਨ ਜਿਹੜਾ ਉਹਦਾ ਇੱਕ ਬਹੁਤ ਅੱਛਾ ਕਰੀਬੀ ਦੋਸਤ ਸੀ, ਉਹਦੇ ਬੇਟੇ ਦੀ ਡੈਥ ਹੋ ਗਈ। ਤਾਂ ਅਲਟੀਮੇਟਲੀ ਬੇਟੇ ਦੀ ਡੈਥ ਹੋਣ ਕਰਕੇ ਉਹ ਬਿਮਾਰ ਸੀ, ਉਹਨੇ ਆਪਣੇ ਮੁੰਡੇ ਨੂੰ ਭੇਜਤਾ, ਕਹਿੰਦਾ ਵੀ ਪੁੱਤਰ ਤੂੰ ਜਾ ਕੇ ਨਾ ਉੱਥੇ ਅਫਸੋਸ ਪ੍ਰਗਟ ਕਰ ਰਿਹਾ। ਪਿੰਡ ਵਾਲਿਆਂ ਦੇ ਨਾਲ ਉਹ ਵੀ ਪੈਦਲ ਪੁਰਾਣੇ ਜ਼ਮਾਨੇ ਦੀ ਗੱਲ ਹੈ, ਤੁਰ ਗਿਆ, ਜਾਣ ਲੱਗਿਆ। ਰਸਤੇ 'ਚ ਪਿੰਡ ਦੇ ਲੋਕ ਕੀ ਹੈ, ਹੁਣ ਉਹ ਸੱਚ ਵਾਲੀ ਗੱਲ ਹੈ, ਸੱਚ ਝੂਠ ਵਾਲੀ। ਜਦੋਂ ਉਹਦੇ ਮਈਅਤ 'ਤੇ ਜਾਣ ਲੱਗੇ, ਉਹਦੇ ਦਫਨਾਉਣ ਵਾਸਤੇ ਉਹਨੂੰ ਜਾ ਰਹੇ, ਰਸਤੇ 'ਚ ਗੱਲ ਕਰ ਰਹੇ ਆ ਪਿੰਡ ਵਾਲੇ, ਬੜਾ ਭੈੜਾ ਬੰਦਾ ਸੀਗਾ, ਠੀਕ ਹੈ, ਬਹੁਤ ਤੰਗ ਕਰਦਾ ਸੀ, ਸੋਸਾਇਟੀ ਲਈ ਪੂਰਾ ਬਦਨੁਮਾ ਦਾਗ ਸੀ, ਜੋ ਗਾਲਾਂ ਉਹਨਾਂ ਨੇ ਕੱਢੀਆਂ ਉਹਨੂੰ। ਹੁਣ ਉਹ ਫਜ਼ਲੂਦੀਨ, ਉਹਦਾ ਨਸਰੂਦੀਨ ਦਾ ਮੁੰਡਾ ਉੱਥੇ ਪਹੁੰਚ ਗਿਆ। ਉੱਥੇ ਜਾ ਕੇ ਉਹ ਕਹਿੰਦਾ ਉਹਦੇ ਪਿਓ ਨੂੰ, ਹੁਣ ਉਹਨੂੰ ਨਹੀਂ ਪਤਾ ਸੀਗਾ ਵੀ ਝੂਠ ਵੀ ਨਹੀਂ ਬੋਲਣਾ ਹੁੰਦਾ, ਉਹਨੇ ਵਿਚਾਰੇ ਨੇ ਸੱਚ ਹੀ ਬੋਲਤਾ। ਕਹਿੰਦਾ ਜੀ ਤੁਹਾਡਾ ਜਿਹੜਾ ਮੁੰਡਾ ਸੀ ਉਹ ਬੜਾ ਬਦਤਮੀਜ਼ ਸੀ, ਕੁੜੀਆਂ ਨੂੰ ਟਿਚਰਾਂ ਕਰਦਾ ਸੀ, ਮਹੱਲੇ ਦੇ ਮੁੰਡਿਆਂ ਨਾਲ ਲੜਾਈ ਕਰਦਾ ਸੀ, ਉਹਦੇ ਵਰਗਾ ਘਟੀਆ ਆਦਮੀ ਕਦੀ ਹੋਇਆ ਨਹੀਂ। ਤਾਂ ਪਰ ਮੈਨੂੰ ਬੜਾ ਅਫਸੋਸ ਹੈ ਕਿ ਤੁਹਾਡਾ ਪੁੱਤਰ ਦੀ ਡੈਥ ਹੋ ਗਈ ਹੈ। ਉਹ ਗੱਲ ਹੋ ਗਈ, ਚਲੋ ਹਫ਼ਤੇ 10 ਦਿਨ ਬਾਅਦ ਉਸ ਬੱਚੇ ਦਾ ਫਾਦਰ ਨਸੀਰੁਦੀਨ ਦੇ ਘਰ ਜਾਂਦਾ, ਉਹਨੂੰ ਕਹਿੰਦਾ ਕਿ ਭਾਜੀ ਮੈਂ ਨਾ ਤੁਹਾਨੂੰ ਇੱਕ ਕੰਪਲੇਂਟ ਕਰਨੀ ਆ। ਕਹਿੰਦਾ ਦੱਸੋ ਕੀ ਹੈ? ਕਹਿੰਦਾ ਇੱਦਾਂ ਤੇਰੇ ਪੁੱਤਰ ਨੇ ਇੱਦਾਂ ਕਿਹਾ। ਕਹਿੰਦਾ ਯਾਰ ਉਹ ਬੇਟਾ ਜਿਹੜਾ ਨਦਾਨ ਹੈ, ਮੈਂ ਬਿਮਾਰ ਸੀ, ਮਾफ़ ਕਰੀ, ਮੈਂ ਅਗਲੀ ਵਾਰ ਤੇਰਾ ਛੋਟਾ ਮੁੰਡਾ ਮਰੂਗਾ ਨਾ ਤੇ ਮੈਂ ਹੀ ਆਊਂਗਾ ਤੇ ਕੋਈ ਇੱਦਾਂ ਦੀ ਗੱਲ ਨਹੀਂ ਹੋਊਗੀ, ਠੀਕ ਹੈ। ਤੇ ਉਹ ਬੇਸਿਕਲੀ ਉਹ ਰਿਜੈਕਸ਼ਨ ਜਿਹੜੀ ਹੁੰਦੀ ਹੈ ਨਾ, ਦੇਰ ਇਜ਼ ਸਮ ਰੀਜ਼ਨ ਬਿਹਾਈਂਡ ਇਟ, ਔਰ ਉਹ ਰੀਜ਼ਨ ਕਿਤੇ ਨਾ ਕਿਤੇ ਪੁਆਇੰਟ ਬੇਸਡ ਸਿਸਟਮ ਦੇ ਅੰਦਰ ਅਗਰ ਤੁਹਾਡਾ ਵੀਜ਼ਾ ਰਿਜੈਕਟ ਹੋ ਰਿਹਾ ਤੇ either you are the responsible or your agency is responsible, ਜਾਂ ਤੁਹਾਡੇ ਡਾਕੂਮੈਂਟ ਜਾਲੀ ਹੈ ਜਾਂ ਤੁਹਾਡੇ ਇੰਟਰਵਿਊ ਦੀ ਤਿਆਰੀ ਦੇ ਵਿੱਚ ਤੁਸੀਂ ਫੇਲ ਹੋ ਰਹੇ। ਅਦਰਵਾਈਜ਼ ਪੁਆਇੰਟ ਬੇਸਡ ਸਿਸਟਮ ਦੇ ਅੰਦਰ 99% ਰਿਜੈਕਸ਼ਨ ਦਾ ਕੋਈ ਚਾਂਸ ਨਹੀਂ ਹੈ। ਰੈਂਡਮਲੀ ਇੰਟਰਵਿਊ ਆ ਰਿਹਾ, ਇੰਟਰਵਿਊ ਦੇ ਅੰਦਰ they are asking normal questions to the students and those are, ਮੈਂ ਅੱਜ ਮੈਂ ਕਹਿਣਾ ਕਿ ਚਲੋ ਤੁਹਾਨੂੰ ਅੱਜ ਇੱਕ ਆਪਾਂ ਵੀਡੀਓ ਕੋਸ਼ਿਸ਼ ਕਰਾਂਗਾ ਮੈਂ ਇਸੇ ਸ਼ੋਅ ਦੇ ਅੰਦਰ ਦਿਖਾਵਾਂ। ਅਗਰ ਨਹੀਂ ਪੋਸੀਬਲ ਹੈ ਨੈਕਸਟ ਸ਼ੋਅ ਦੇ ਅੰਦਰ ਮੈਂ ਤੁਹਾਨੂੰ ਇੱਕ ਗੱਲ ਕਰਦਾ ਵੀ ਮੈਂ ਇੱਕ ਸਟੂਡੈਂਟ ਆਪਣਾ ਲੈ ਕੇ ਆਵਾਂਗਾ। ਅੱਜ ਉਹਦਾ ਵੀਜ਼ਾ ਗ੍ਰਾਂਟ ਹੋਇਆ ਹੈ ਅਮਨ ਜੀ, ਉਹ ਬੈਨ ਸੀ ਬੱਚਾ, ਔਰ ਮੇਰਾ ਓਪਨ ਚੈਲੰਜ ਹੈ ਇੰਡਸਟਰੀ ਦੇ, ਯੂਕੇ ਤੋਂ ਬੈਨ ਸੀ। ਔਰ ਐਜ਼ ਪਰ ਯੂਕੇ ਪਾਲਿਸੀ ਅਗਰ ਤੁਸੀਂ ਕਿਸੇ ਯੂਕੇ ਤੋਂ ਇਲਾਵਾ ਵੀ ਕਿਸੇ ਕੰਟਰੀ ਤੋਂ ਰਿਜੈਕਟਡ ਹੋ ਔਰ ਈਵਨ ਯੂਕੇ ਤੋਂ ਰਿਜੈਕਟਡ ਹੋ ਤਾਂ ਸਵਾਲ ਨਹੀਂ ਪੈਦਾ ਹੁੰਦਾ ਕਿ ਤੁਸੀਂ ਉਹਦਾ ਵੀਜ਼ਾ ਛੋੜੋ, ਕੈਸ਼ ਲੈਟਰ ਵੀ ਲੈ ਲਓ। ਆਪਾਂ ਜੋ ਉਸ ਬੱਚੇ ਦਾ ਵੀਜ਼ਾ ਲਿੱਤਾ, ਉਹ ਕਿਸ ਤਰ੍ਹਾਂ ਲਿਆ ਬਿਲਕੁਲ ਆਪਣੇ ਸਿਸਟਮ। ਔਰ ਬੱਚਾ ਹੀ ਵਾਸ ਕੰਡਕਟ ਇੰਟਰਵਿਊ ਐਜ਼ ਵੈਲ ਬਾਏ ਦਾ ਐਮਬੈਸੀ ਤੇ ਆਪਾਂ ਪ੍ਰੈਜੈਂਟੇਸ਼ਨ ਕੀਤੀ। ਸਾਨੂੰ ਸਮਝ ਆਇਆ ਕਿ ਵੀ ਇਹ ਪੁਆਇੰਟ ਬੇਸਡ ਸਿਸਟਮ ਹੈ, ਇਹਦੇ ਅੰਦਰ ਵੀਜ਼ਾ ਆ ਸਕਦਾ। ਮੈਨੂੰ ਡੇ 1 ਤੋਂ ਕਲੀਅਰ ਸੀਗਾ ਕਿ ਡੈਫੀਨੇਟਲੀ ਇਸ ਬੱਚੇ ਦਾ ਇੰਟਰਵਿਊ ਆਏਗਾ। Due to very good hold into the universities being a local company in UK, ਸਭ ਤੋਂ ਪਹਿਲਾ ਚੈਲੰਜ ਸੀ ਮੇਰੇ ਲਈ ਉਸ ਬੱਚੇ ਦਾ ਆਫਰ ਲੈਟਰ ਲੈਣਾ, ਕਿਉਂਕਿ ਕਿਸੇ ਵੀ ਯੂਨੀਵਰਸਿਟੀ ਨੇ ਅਗਰ ਤੁਸੀਂ ਲਿਖੋਗੇ ਨਾ ਕਿ ਯੂਕੇ ਤੋਂ ਰਿਜੈਕਟਡ ਹੈ, ਉਹ ਕਹਿਣਗੇ ਸੌਰੀ ਵੀ ਆਰ ਨਾਟ ਏਬਲ ਟੂ ਪ੍ਰੋਸੈਸ ਹਿਸ ਔਰ ਹਰ ਆਫਰ ਲੈਟਰ। ਬਟ ਮੇਰੇ ਕੰਮ ਤੇ
ਮੇਰੀ ਐਫੀਸ਼ੀਐਂਸੀ ਤੇ ਮੇਰੇ ਉੱਪਰ ਟਰਸਟ ਕਰਕੇ ਮੈਨੂੰ ਯੂਨੀਵਰਸਿਟੀ ਨੇ ਕੈਸ਼ ਲੈਟਰ ਦਿੱਤਾ। ਐਂਡ ਫਰਮ ਦ ਵੈਰੀ ਫਰਸਟ ਡੇ ਵੀ ਵਰ ਸਪੋਜ਼ ਟੂ ਕੰਡਕਟ ਹਿਜ਼ ਇੰਟਰਵਿਊ ਬਾਈ ਦ ਐਮਬੈਸੀ। ਆਪਾਂ ਉਸ ਬੱਚੇ ਦੀ ਤਿਆਰੀ ਕਰਾਈ ਬੜੀ ਰੀਜ਼ਨੇਬਲ, ਉਹਦਾ 45 ਤੋਂ 50 ਮਿੰਟ ਇੰਟਰਵਿਊ ਹੈ। ਐਂਡ ਟੱਚ ਵੁੱਡ ਬਾਈ ਦ ਗ੍ਰੇਸ ਆਫ ਗੋਡ, ਬਾਈ ਦ ਗ੍ਰੇਸ ਆਫ ਵਾਹਿਗੁਰੂ ਜੀ, ਉਹਨੇ ਬੱਚੇ ਨੇ ਅੱਜ ਇੰਟਰਵਿਊ ਕਰੈਕ ਕੀਤਾ। ਨੈਕਸਟ ਇੰਟਰਵਿਊ ਉਹਦੇ ਅੰਦਰ ਅਗਰ ਉਹਦੀ ਫਲਾਈਟ ਨਹੀਂ ਹੁੰਦੀ, ਆਈ ਵਿਲ ਡੈਫੀਨੇਟਲੀ ਬ੍ਰਿੰਗ ਹਿਮ ਇਨ ਦਿਸ ਸਟੂਡੀਓ। ਪਹਿਲੇ ਤਾਂ ਉਹਦੀਆਂ ਮੁਬਾਰਕਾਂ। ਦੂਜਾ, ਤੁਹਾਡੇ ਕਹਿਣ ਤੋਂ ਭਾਵ ਦੇ ਯੂਕੇ ਜਾਣ ਵਾਲੇ ਬੱਚਿਆਂ ਨੇ ਗਲਤੀ ਕੀਤੀ ਵੀ ਉਹਨਾਂ ਨੇ ਕੋਈ ਫਰਾਡੂਲੈਂਟ ਡਾਕੂਮੈਂਟ ਲਾਏ, ਆਇਲਸ ਆਪ ਕਰਕੇ ਵੀ, ਜਾਂ ਨਕਲੀ ਡਾਕੂਮੈਂਟ ਲਾਤੇ, ਜਾਂ ਇੰਟਰਵਿਊ ਆਪ ਨਾ ਦਿੱਤੀ, ਏਜੰਟ ਵਾਲਾ ਦਵਾਈ, ਉਹ ਬੈਨ ਦਾ ਜਾਂ ਰਿਜੈਕਸ਼ਨ ਦਾ ਕਾਰਨ ਬਿਲਕੁਲ। ਅਦਰਵਾਈਜ਼ ਰਿਜੈਕਸ਼ਨ ਦਾ ਕੋਈ ਕਾਰਨ ਨਹੀਂ ਹੈ। ਦੇ ਆਰ ਨਾਟ ਲਾਈਕ ਕੈਨੇਡਾ, ਦੇ ਆਰ ਨਾਟ ਲਾਈਕ ਆਸਟ੍ਰੇਲੀਆ। ਪੁਆਇੰਟ ਤੁਹਾਨੂੰ ਅਲਾਟ ਹੋ ਗਏ ਤਾਂ ਡੈਫੀਨਿਟਲੀ ਯੂ ਵਿਲ ਗੈਟ ਦਾ ਵੀਜ਼ਾ। ਬਟ ਮੁੱਦਾ ਇਹ ਹੈ ਕਿ ਹੁਣ ਅਗਰ ਤੁਹਾਨੂੰ ਪੁਆਇੰਟ ਅਲਾਟ ਕਰਤੇ ਰੈਂਡਮਲੀ, ਅਗਰ ਯੂਨੀਵਰਸਿਟੀ ਹਾਈ ਕਮਿਸ਼ਨ ਦਾ ਆਫਿਸਰ ਜਿਹੜਾ ਬੈਠਾ ਹੈ ਉਹਨੂੰ ਲੱਗਦਾ ਕਿ ਯਾਰ ਇਹਦੇ 35% ਨੰਬਰ ਹੈ, 5 ਸਾਲ ਦਾ ਗੈਪ ਹੈ, ਜਾਂ 6 ਬੈਂਡ ਵਾਲਾ ਸਟੂਡੈਂਟ ਹੈ, 2020 ਪਾਸ ਆਊਟ ਹੈ, ਚਲੋ ਇਹਨੂੰ ਰੈਂਡਮਲੀ ਇੱਕ ਇੰਟਰਵਿਊ ਕਾਲ ਕਰਕੇ ਦੇਖ ਲੈਂਦੇ। ਐਂਡ ਵੈਨ ਦੇ ਕੰਡਕਟ ਦਾ ਇੰਟਰਵਿਊ ਆਫ ਦੈਟ ਕਾਈਂਡ ਆਫ ਸਟੂਡੈਂਟਸ, ਐਂਡ ਮਤਲਬ ਵੈਨ ਦੇ ਕਮ ਟੂ ਨੋ ਕਿ ਪੈਸਾ ਬੇ ਹੋ ਕੇ ਰਿਹਾ, ਔਨ ਵਿਚ ਬੇਸਿਸ ਹੀ ਵਾਸ ਅਲਾਟਡ 40 ਪੁਆਇੰਟਸ ਬਾਈ ਦਾ ਯੂਨੀਵਰਸਿਟੀ। ਹੁਣ ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਵੀ ਪੁਆਇੰਟ ਬੇਸ ਸਿਸਟਮ ਪਹਿਲੇ 40 ਵਾਲਾ ਹੁਣ 70 ਵਾਲਾ ਆ ਗਿਆ। ਥੋੜਾ ਜਿਹਾ ਮੈਂ ਕਲੀਅਰ ਕਰ ਦਵਾਂ ਜਿਹੜੇ ਨਵੇਂ ਦਰਸ਼ਕ ਨੇ, ਪਹਿਲੇ ਸਿਸਟਮ ਹੁੰਦਾ ਸੀ 30 ਪੁਆਇੰਟ ਕੈਸ਼ ਦੇ ਮਿਲਦੇ ਸੀਗੇ, 10 ਪੁਆਇੰਟ ਫੰਡਸ ਦੇ ਮਿਲਦੇ ਸੀ, ਤੇ ਯੂਕੇ ਦਾ ਵੀਜ਼ਾ ਲੈਣ ਲਈ ਸਟੂਡੈਂਟ ਐਲੀਜੀਬਲ ਹੋ ਜਾਂਦਾ ਸੀ। ਐਮ ਆਈ ਰਾਈਟ ਭਾਜੀ? ਐਗਜ਼ੈਕਟਲੀ। ਹੁਣ ਕੀ ਹੋਇਆ, ਕੈਸ਼ ਦੇ ਪੁਆਇੰਟ ਜਿਹੜੇ 30 ਸੀ ਉਹ 50 ਕਰ ਦਿੱਤੇ ਗਏ, ਫੰਡ ਦੇ 10 ਪੁਆਇੰਟ ਦੇ 10 ਹੀ ਰਹੇ, ਪਲੱਸ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ 10 ਪੁਆਇੰਟ ਐਡ ਆਨ ਕਰ ਦਿੱਤੇ ਗਏ। ਟੋਟਲ 70 ਪੁਆਇੰਟ ਜੇ ਹੁੰਦੇ ਨੇ ਤੇ ਬੱਚਾ ਅੱਜ ਵੀ ਵੀਜ਼ਾ ਲੈਣ ਲਈ ਐਲੀਜੀਬਲ ਹੈ। ਬਟ 5 ਅਕਤੂਬਰ ਤੋਂ ਬਾਅਦ ਬਦਲਾਅ ਆਏ। ਸਾਡੇ ਏਜੰਟ ਵੀਰਾਂ ਨੇ, ਸਾਡੇ ਕੰਸਲਟੈਂਟ ਵੀਰਾਂ ਨੇ ਅਲੱਗ-ਅਲੱਗ ਪਲੇਟਫਾਰਮ ਜ਼ਰੀਏ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਹੁਣ ਵਿਦਆਊਟ ਆਇਲਸ ਜਾਣਾ ਪੋਸੀਬਲ ਨਹੀਂ। ਹੁਣ ਇੰਗਲਿਸ਼ ਦੇ 10 ਨੰਬਰ ਮਿਲਣੇ ਨੇ, ਤੇ ਉਹ ਤਾਂ ਮਿਲਣੇ ਆ ਜੇ ਆਇਲਸ, ਡੁਲਿੰਗੋ, ਪੀਟੀ ਜਾਂ ਕੋਈ ਵੀ ਟੈਸਟ ਦਿੱਤਾ ਹੋਏਗਾ। ਇਹਦੇ ਬਾਰੇ ਕੀ ਕਹਿਣਾ? ਅਮਨ ਭਾਜੀ ਦੇਖੋ, ਅਗਰ ਤੁਸੀਂ ਪ੍ਰੀਵੀਅਸ ਸਿਸਟਮ ਦੇ ਉੱਪਰ ਤੁਸੀਂ ਉਹਨੂੰ ਰੀਕਨਸੀਡਰ ਕਰੋਗੇ, ਉਹਦੇ ਉੱਪਰ ਗੌਰ ਫਰਮਾਓਗੇ, ਤਾਂ ਯੂ ਵਿਲ ਕਮ ਟੂ ਨੋ ਮੋਰ ਦੈਨ 90% ਯੂਨੀਵਰਸਿਟੀਜ਼ ਜਿਹੜੀਆਂ ਹੈ ਉਹ 5 ਅਕਤੂਬਰ ਤੋਂ ਪਹਿਲੇ, ਯਾਨੀ ਕਿ ਸਤੰਬਰ ਇਨਟੇਕ ਲਈ, ਜੋ ਕਿ ਹੁਣ ਤੱਕ ਵੀ ਚੱਲ ਰਿਹਾ, ਦੇ ਵਰ ਕੰਡਕਟ ਇੰਟਰਵਿਊ ਆਫ ਐਵਰੀ ਸਟੂਡੈਂਟਸ, ਆਈਦਰ ਉਹਨਾਂ ਕੋਲ ਆਇਲਸ ਹੈ ਜਾਂ ਵਿਦਆਊਟ ਆਇਲਸ ਸੀਗੇ। ਫਰਕ ਕੀ ਆਇਆ? ਸਮਝਣ ਵਾਲੀ ਗੱਲ ਹੈ। ਫਰਕ ਕੀ ਆਇਆ? ਸਿਰਫ ਡਿਫਰੈਂਸ ਇਹ ਹੈ ਹੁਣ ਜਨਵਰੀ ਇਨਟੇਕ ਦੇ ਵਿੱਚ ਕਿ ਜਿਹੜੇ 10 ਪੁਆਇੰਟ ਅੰਗਰੇਜ਼ੀ ਦੇ ਦਿੱਤੇ ਹੈ, ਹੁਣ ਉਹਨਾਂ ਨੂੰ ਕੈਸ਼ ਲੈਟਰ ਦੇ ਵਿੱਚ ਮੈਂਸ਼ਨ ਕਰਨਾ ਪਏਗਾ ਕਿ ਆਪਾਂ ਇਸ ਬੱਚੇ ਦਾ ਵੀ ਕੰਡਕਟ ਟੈਲੀਫੋਨਿਕ ਔਰ ਸਕਾਈਪ ਇੰਟਰਵਿਊ ਆਫ ਦਿਸ ਪਾਰਟਿਕੂਲਰ ਸਟੂਡੈਂਟ, ਐਂਡ ਔਨ दैट बिहाफ वी इशूड द 10 पॉइंट्स ऑफ इंग्लिश। या कुछ यूनिवर्सिटीज़ ऐसी हैं जिन्होंने दे अपने HLA टेस्ट या कोई ऑनलाइन टेस्ट या कोई इंटरनल टेस्ट या कोई इंग्लिश का डिप्लोमा या कोई फाउंडेशन प्रोग्राम या कोई ਕੀ ਕਹਿੰਦੇ ਉਹਨੂੰ ਅੰਗਰੇਜ਼ੀ ਦੇ ਕੋਰਸ ਨੂੰ ਕੀ ਕਹਿੰਦੇ ਆ, ਐਲੀ ਕੋਰਸ ਵਗੈਰਾ, ਨਾਟ ਡਿਲਿੰਗੋ। ਤਾਂ ਮਤਲਬ ਦੇ ਹੈਵ ਟੂ ਮੈਂਸ਼ਨ ਇਨ ਦਾ ਕੈਸ਼ ਕਿ ਆਪਾਂ 10 ਪੁਆਇੰਟ ਨੂੰ ਅਲਾਟ ਕੀਤੇ ਆ, ਬਟ ਉਹ ਇਸ ਬੇਸਿਸ ਤੇ ਕੀਤੇ ਆ ਜੋ ਪਹਿਲਾਂ ਨਹੀਂ ਕਰਨਾ ਪੈਂਦਾ ਸੀਗਾ। ਪਹਿਲਾਂ ਯੂਨੀਵਰਸਿਟੀ ਲੈਵਲ ਤੇ ਇੰਟਰਵਿਊ ਕੰਡਕਟ ਕੀਤਾ ਗਿਆ, ਦੇ ਵਿਲ ਮੇਨਟੇਨ देयर ਰਿਕਾਰਡ ਕਿ ਵੀ ਆਪਾਂ ਇਸ ਬੱਚੇ ਨੂੰ ਇਸ ਉਹਦੇ ਤੇ ਕੀਤਾ। ਇਨ ਕੇਸ ਅਗਰ ਹਾਈ ਕਮਿਸ਼ਨ ਕੱਲ ਨੂੰ ਪੁੱਛਦੀ ਹੈ ਤਾਂ ਆਪਾਂ ਉਹ ਕਰਦੇ ਸੀ, ਜੋ ਕਦੀ ਪੁੱਛਿਆ ਨਹੀਂ ਹਾਈ ਕਮਿਸ਼ਨ ਨੇ, ਕਿਉਂਕਿ ਅਗਰ ਵੀਜ਼ਾ ਅਫਸਰ ਨੂੰ ਡਾਊਟ ਹੋਇਆ ਕਿਤੇ ਕੱਲ ਨੂੰ, ਉਹਨਾਂ ਨੇ ਸਿੱਧਾ ਬੱਚੇ ਨੂੰ ਕਾਲ ਕਰਕੇ ਆਈਡੀਆ ਲਗਾ ਲਿਆ ਕਿ ਇਹਦੇ ਪੱਲੇ ਕੁਝ ਹੈ ਕਿ ਨਹੀਂ ਹੈ। ਬਟ ਹੁਣ ਕੀ ਹੈ, ਕੈਸ਼ ਰਿਲੀਜ਼ ਤਾਂ ਹੋਣਾ ਜਦੋਂ 10 ਪੁਆਇੰਟ ਮਿਲਣੇ, 10 ਪੁਆਇੰਟ ਤਾਂ ਮਿਲਣੇ ਆ ਜਦੋਂ ਉਹਨਾਂ ਦਾ ਇੰਟਰਵਿਊ ਕਲੀਅਰ ਹੋਣਾ, ਠੀਕ ਹੈ। ਔਰ ਉਹਨਾਂ ਨੂੰ ਮੈਂਸ਼ਨ ਕਰਨਾ ਪੈਣਾ ਯੂਨੀਵਰਸਿਟੀ ਨੂੰ ਕਿ ਆਪਾਂ ਆਇਲਸ ਸੀ ਤਾਂ 10 ਪੁਆਇੰਟ ਦਿੱਤੇ, ਇੰਟਰਵਿਊ ਲਿੱਤਾ ਤਾਂ 10 ਪੁਆਇੰਟ ਦਿੱਤੇ, ਟੈਲੀਫੋਨਿਕ ਜਾਂ ਵੀਡੀਓ ਕਾਲ ਲਿੱਤਾ ਤਾਂ ਜਾਂ ਡਿਲਿੰਗੋ ਦੇ ਦਿੱਤੇ, ਜਾਂ ਫਿਰ ਆਪਾਂ ਇਹਨਾਂ ਨੂੰ ਇੱਥੇ 2 ਮਹੀਨੇ ਪਹਿਲੇ ਅੰਗਰੇਜ਼ੀ ਪੜਾਵਾਂਗੇ ਜਾਂ ਇਹਨਾਂ ਦਾ HLA ਟੈਸਟ ਲਵਾਂਗੇ, ਮਤਲਬ ਥੀਸ ਕਾਈਂਡ ਆਫ ਥਿੰਗਸ। ਉਹ ਠੀਕ ਹੈ, ਉਹ ਯੂਨੀਵਰਸਿਟੀ ਤੇ ਦੇਤੇ, ਯੂਨੀਵਰਸਿਟੀ ਉਹਨੂੰ ਕਲੀਅਰ ਕਰ ਦੇਗੀ ਵੀ ਆਹ ਮੇਰੀ ਚੀਜ਼ਾਂ ਸੀਗੀਆਂ ਤਾਂ ਮੈਂ ਦੇਖ ਕੇ ਇੰਟਰਵਿਊ ਕਰਕੇ 10 ਪੁਆਇੰਟ ਦੇਤੇ। ਬਟ ਜਿੱਥੇ ਇੰਟਰਵਿਊ ਦੀ ਗੱਲ ਆਉਂਦੀ ਹੈ ਉੱਥੇ ਬੱਚਾ ਡਰਦਾ ਵੀ ਹੈ। ਆਪਾਂ ਸ਼ੁਰੂ ਤੋਂ ਗੱਲ ਕਰਦੇ ਹਾਂ, ਇੰਟਰਵਿਊ 'ਚ ਇਹ ਵੀ ਸਵਾਲ ਹੋਣ ਲੱਗ ਗਿਆ ਵੀ ਏਜੰਟ ਦਾ ਨਾਮ ਕੀ ਹੈ, ਤੁਹਾਡਾ ਕੌਣ ਹੈ ਏਜੰਟ। ਜਿਹੜੇ ਸਬ ਏਜੰਟ ਦੇ ਥਰੂ ਅਪਲਾਈ ਹੋ ਰਹੀਆਂ ਫਾਈਲਸ, ਉਹਨੂੰ ਨਹੀਂ ਪਤਾ ਹੁੰਦਾ ਵੀ ਜਿਹੜਾ ਮੇਨ ਏਜੰਟ ਕੌਣ ਹੈ। ਉਸ ਸਥਿਤੀ 'ਚ ਫਿਰ ਕਿੱਥੇ ਬੱਚਾ ਖੜਦਾ? ਨਹੀਂ ਕੋਈ ਉਹਨੂੰ ਤਾਂ ਦੇਖੋ, ਬੇਸਿਕਲੀ ਇੱਕ ਬਿਜ਼ਨਸ ਹੈ, ਇੱਕ ਧੰਦਾ, ਇੱਕ ਚੇਨ ਸਿਸਟਮ ਹੈ, ਠੀਕ ਹੈ। ਮੇਰੇ ਨਾਲ ਅਗਰ ਮੇਰੇ 50 ਐਸੋਸੀਏਟ ਜੁੜੇ ਹੋਏ ਆ, ਉਹਨਾਂ ਨਾਲ ਅੱਗੇ ਉਹਨਾਂ ਦੇ ਸਬ ਏਜੰਟਸ ਜੁੜੇ ਹੋਏ ਆ,
ਬੱਚੇ ਨੂੰ ਕਈ ਵਾਰ ਨਹੀਂ ਪਤਾ ਹੁੰਦਾ, ਦੇ ਆਰ ਡੂਇੰਗ ਦੇਅਰ ਰੋਜ਼ਗਾਰ, ਆਪਣਾ ਕੰਮ ਧੰਦਾ ਕਰ ਰਹੇ, ਦੇ ਆਰ ਅਰਨਿੰਗ ਦੇਅਰ ਮਨੀ। ਅਸੀਂ ਉਹ ਗਲਤ ਨਹੀਂ ਕਹਿੰਦੇ ਭਾਜੀ, ਮੈਂ ਗਲਤ ਨਹੀਂ, ਔਰ ਉਹ 'ਚ ਵੀ ਕੋਈ ਗਲਤ ਨਹੀਂ ਹੈ। ਬੱਚੇ ਨੂੰ ਨਹੀਂ ਪਤਾ, ਹੁਣ ਬੱਚਾ ਕਿਸੇ ਹੋਰ ਦਾ ਨਾਮ ਲੈ ਹਾਰਡਲੀ ਮੈਟਰ, ਉਹ 'ਚ ਕੋਈ ਫਰਕ ਨਹੀਂ ਪੈਂਦਾ, ਠੀਕ ਹੈ, ਉਹਦੇ 'ਚ ਕੋਈ, ਕਿਉਂਕਿ ਯੂਨੀਵਰਸਿਟੀ ਦੇ ਰਿਕਾਰਡ ਵਿੱਚ ਅਗਰ ਵਿਸ਼ਵਾਸ ਇੰਟਰਨੈਸ਼ਨਲ ਦਾ ਐਗਰੀਮੈਂਟ ਹੈ ਤੇ ਉਹ ਵਿਸ਼ਵਾਸ ਇੰਟਰਨੈਸ਼ਨਲ ਦੇ ਨਾਮ ਤੇ ਸਟੂਡੈਂਟ ਕਰ ਰਹੇਗਾ ਬੋਲਦਾ, ਯੂਨੀਵਰਸਿਟੀ ਪੀਪਲ ਅੰਡਰਸਟੈਂਡ ਦਿਸ ਥਿੰਗ ਕਿ ਵੀ ਬੱਚਾ ਕਿਤੇ ਨਾ ਕਿਤੇ ਸਬ ਏਜੰਟ ਦੇ ਥਰੂ ਹੈ, ਨਹੀਂ ਉਹ ਰਿਜੈਕਸ਼ਨ ਦਾ ਕਾਰਨ ਨਹੀਂ ਬਣੇਗਾ, ਨੈਵਰ ਐਵਰ, ਸਵਾਲ ਹੀ ਪੈਦਾ ਨਹੀਂ ਹੁੰਦਾ, ਕਦੇ ਵੀ ਨਹੀਂ ਜੀ। ਸੋ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਯੂਕੇ ਨੂੰ ਲੈ ਕੇ ਆ ਤਾਂ ਪੁੱਛ ਸਕਦੇ ਹਾਂ, ਕਿਉਂਕਿ ਇਹਨਾਂ ਦੇ ਆਪਣੇ ਆਫਿਸਿਸ ਵੀ ਯੂਕੇ ਦੇ ਵਿੱਚ ਨੇ। ਸੋ ਭਾਜੀ ਵਿਦਆਊਟ ਆਇਲਸ ਤੁਸੀਂ ਮੰਨਦੇ ਹੋ ਵੀ ਹਲੇ ਆਪਸ਼ਨਸ ਹੈ ਨੇ? ਡੈਫੀਨਿਟਲੀ ਵਿਦਆਊਟ ਆਇਲਸ ਹੈ, ਔਰ ਇਸ ਟਾਈਮ ਜਿਸ ਤਰ੍ਹਾਂ ਕਿ ਹੁਣੇ ਤੁਸੀਂ 5 ਮਿੰਟ ਪਹਿਲਾਂ ਇਸ ਮੰਚ ਤੇ ਕਿਹਾ ਕਿ ਵੀ ਹੁਣ ਨੋ ਡਾਊਟ ਹੁਣ ਜਿਹੜਾ ਜਨਵਰੀ ਇਨਟੇਕ ਆਣਾ, ਲੋਕਾਂ ਨੇ ਯੂਕੇ ਦੀ ਮਾਰਕੀਟਿੰਗ ਘਟਾ ਦੇਣੀ ਹੈ, ਕਿਉਂਕਿ ਰਿਜੈਕਸ਼ਨ ਹੈ, ਕਿਉਂਕਿ ਬੈਨ ਹੈ, ਕਿਉਂਕਿ ਇੰਟਰਵਿਊ ਹੈ, ਕਿਉਂਕਿ 70 ਪੁਆਇੰਟ ਦੇ ਨਾਲ ਹੁਣ ਜਿਹੜੇ 10 ਪੁਆਇੰਟ ਅੰਗਰੇਜ਼ੀ ਦੇ ਲੈਣਾ ਜ਼ਰੂਰੀ ਹੈ। ਬਟ ਵਿਸ਼ਵਾਸ ਇੰਟਰਨੈਸ਼ਨਲ ਵੀ ਆਰ ਸਟਿਲ ਕਨਸਟੈਂਟ ਔਨ ਆਵਰ ਪਾਲਿਸੀ। ਅੱਜ ਵੀ ਅਗਰ ਤੁਸੀਂ ਆਉਂਦੇ ਹੋ ਸਾਡੇ ਕੋਲ, we will process your visa with full payment after visa policy as ਮਤਲਬ ਤੁਸੀਂ ਕੋਈ ਪੈਸਾ ਪਹਿਲਾਂ ਨਹੀਂ ਲੈਣਾ, ਬੱਚੇ ਨੂੰ ਫੰਡ ਦਿਖਾਉਣੇ ਪੈਣੇ ਨੇ ਜਿਹੜੇ ਉਹਨਾਂ ਦੇ, ਡੈਫੀਨਿਟਲੀ ਫੰਡ ਦਿਖਾਣੇ ਪੈਣੇ ਆ, ਮੈਡੀਕਲ ਕਰਾਉਣਾ ਪੈਣਾ, ਉਸ ਤੋਂ ਇਲਾਵਾ will not charge even a single penny from any student, ਫੰਡ ਦਿਖਾਣੇ ਪੈਣੇ ਆ, ਇਹ ਗੱਲ ਧਿਆਨ ਰੱਖਿਆ ਜੇ। ਉਸ ਤੋਂ ਬਾਅਦ ਜਿੱਦਾਂ ਹੀ ਆ ਤੁਹਾਡਾ ਵੀਜ਼ਾ ਲੱਗੇਗਾ ਤਾਂ ਯੂ ਨੀਡ ਟੂ ਪੇ, ਅਦਰਵਾਈਜ਼ ਬੇਸ਼ੱਕ ਤੁਹਾਡਾ ਵੀਜ਼ਾ ਤੁਹਾਡੇ ਵਜ੍ਹਾ ਤੋਂ, ਯਾਨੀ ਕਿ ਕੱਲ ਨੂੰ ਇੰਟਰਵਿਊ ਦੇ ਵਜ੍ਹਾ ਤੋਂ ਸਾਡੇ ਬੱਚੇ ਦਾ ਵੀਜ਼ਾ ਰਿਫਿਊਜ਼ ਹੁੰਦਾ, you don't need to bear a loss of ਚਾਹੇ ਉਹ ਸਿੰਗਲ ਕੇਸ ਹੈ ਜਾਂ ਸਪਾਊਸ ਕੇਸ ਹੈ, ਦੈਟਸ ਫॉर ਬੋਥ। ਹਾਂ, ਉਹ ਤਾਂ ਡਿਪੈਂਡ ਕਰਦਾ ਕਿ ਅਗਰ ਸਪਾਊਸ, ਕਿਉਂਕਿ ਸਿੰਗਲ ਅਗਰ ਜਿਹੜਾ ਮੇਨ ਐਪਲੀਕੈਂਟ ਰਿਜੈਕਟ ਹੋ ਗਿਆ ਤਾਂ ਡੈਫੀਨਿਟਲੀ ਸਪਾਊਸ ਦਾ ਤਾਂ ਆ ਜਿਹੜੇ ਤੁਸੀਂ ਸਿਸਟਮ ਦੱਸਿਆ ਵੀ ਇਹ ਪੈਸੇ, ਹਾਂ ਬਿਲਕੁਲ ਬਿਲਕੁਲ, ਉਹ ਕੇਸ ਜਿਹੜਾ ਮਰਜ਼ੀ ਹੈ, ਚਾਹੇ ਡਿਪੈਂਡੈਂਟ ਹੈ ਸਿੰਗਲ ਹੈ, ਐਗਜ਼ੈਕਟਲੀ ਸਾਰੇ ਲਈ। ਭਾਜੀ ਇਹ ਤਾਂ ਹੋਈ ਵਿਦਆਊਟ ਆਇਲਸ ਦੀ ਗੱਲ, ਜਿਨ੍ਹਾਂ ਦੇ ਓਵਰਆਲ 5.5 ਰਹਿ ਗਏ, ਕਿਉਂਕਿ ਵਿਸ਼ਵਾਸ ਇੰਟਰਨੈਸ਼ਨਲ ਕੱਲਾ ਯੂਕੇ ਨਹੀਂ ਕਰਦਾ, ਇਹ ਕੈਨੇਡਾ ਵੀ ਪ੍ਰਮੋਟ ਕਰਦਾ, ਨਿਊਜ਼ੀਲੈਂਡ ਵੀ ਕਰਦਾ, ਆਸਟ੍ਰੇਲੀਆ ਵੀ ਕਰਦਾ, ਓਵਰਆਲ 5.5 ਨੇ। +2 ਕੀਤੀ ਹੈ 2019-20 ਦੇ ਵਿੱਚ, ਕੀ ਚਾਂਸਸ ਨੇ? ਸਰ ਜਿਹੜਾ ਬੱਚਾ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ, 5.5 ਬੈਂਡ ਓਵਰਆਲ ਹੈ, 100% ਆਪਾਂ ਵੀਜ਼ਾ ਤੁਹਾਨੂੰ ਆਸਟ੍ਰੇਲੀਆ ਦਾ ਕਰਵਾ ਕੇ ਦੇਵਾਂਗੇ, ਔਰ ਉਹ ਵੀ ਯੂਨੀਵਰਸਿਟੀਜ਼ ਦੇ ਵਿੱਚ। ਦਿਸ ਇਜ਼ ਅਗੇਨ ਵਿਦ 5.5 ਐਕੈਡਮਿਕ ਪਰਸੈਂਟੇਜ ਕੀ ਡਿਮਾਂਡ ਹੈ? ਐਟਲੀਸਟ 60% ਹੋਏ ਕਿਸੇ ਨਾ ਕਿਸੇ, ਬਾਕੀ ਬੋਰਡ ਦੇ ਔਰ ਸਬਜੈਕਟਸ ਦੇ ਹਿਸਾਬ ਨਾਲ ਅਗਰ 55 ਅਬਵ ਔਰ 60 ਦੇ ਦਰਮਿਆਨ ਵੀ ਹੈ ਤਾਂ ਵੀ ਕੈਨ ਪਿਕ ਦਾ ਪ੍ਰੋਫਾਈਲ। ਤੇ ਇਹਦੇ ਚ ਭਾਜੀ ਸੇਮ ਸਿਸਟਮ ਰਹੇਗਾ ਸਾਰੇ ਪੈਸੇ ਬਾਅਦ? ਡੈਫੀਨਿਟਲੀ ਸੇਮ ਸਿਸਟਮ ਰਹੇਗਾ। ਹੁਣ ਓਵਰਆਲ 6 ਆ ਗਏ, ਇੱਕ ਜੋ 5.5 ਨੇ, ਜਿਹੜਾ ਮੇਜਰ ਸਵਾਲ ਰਹਿੰਦਾ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ AIP ਰਿਜੈਕਟ ਹੋਣੀਆਂ ਸ਼ੁਰੂ ਹੋਈਆਂ ਨੇ, ਦੇ ਆਰ ਐਲੀਜੀਬਲ ਫॉर ਕੈਨੇਡਾ, ਅਪਲਾਈ ਕਰਨਾ ਚਾਹੀਦਾ ਜਾਂ ਨਹੀਂ? ਹਾਂ, ਮੈਂ ਜਿਸ ਤਰ੍ਹਾਂ ਹੁਣੇ ਆਪਣੀ ਆਫ ਦਾ ਰਿਕਾਰਡ ਗੱਲ ਹੋ ਰਹੀ ਸੀ ਕਿ ਅਪਲਾਈ ਕਰਨਾ ਚਾਹੀਦਾ, ਬਟ ਡਿਪੈਂਡ ਕਰਦਾ ਹੈ ਕਿ ਸਟੂਡੈਂਟ ਦਾ ਐਕੈਡਮਿਕ ਰਿਕਾਰਡ ਕਿੱਦਾਂ ਦਾ, ਕਿਉਂਕਿ ਇੱਕ ਬਹੁਤ ਵੱਡਾ ਇੱਕ ਜਿਹੜਾ ਨਾ ਇੱਕ ਮਿਸਅੰਡਰਸਟੈਂਡਿੰਗ ਜਾਂ ਭਰਮ ਕਹਿ ਲਓ ਜਾਂ ਇੱਕ ਦੁਵਿਧਾ ਸਮਝੋ, ਆਪਣੇ ਪੰਜਾਬ 'ਚ ਕੀ ਹੁੰਦਾ ਕਿ ਹਰ ਆਦਮੀ ਇਹੀ ਕਹਿੰਦਾ ਯਾਰ ਮੇਰੇ 6.5 ਬੈਂਡ ਸੀ, ਮੇਰਾ ਰਿਫਿਊਜ਼ ਹੋ ਗਿਆ। ਭਾਜੀ ਸਿਰਫ ਬੈਂਡ ਦਾ ਜਿਹੜਾ ਹੈ ਦੈਟ ਇਜ਼ ਦਾ ਪਾਰਟ ਆਫ ਇੰਗਲਿਸ਼ ਲੈਂਗੁਏਜ ਸਕਿੱਲਸ, ਉਹ ਸਿਰਫ ਤੁਹਾਡੇ ਮੈਜ਼ਰਮੈਂਟ ਜਿਹੜੀ ਹੈ ਤੁਹਾਡੇ ਇੰਗਲਿਸ਼ ਦੇ ਲੈਵਲ ਦੀ ਕਰਦਾ, ਬਟ ਤੁਹਾਡਾ ਜਿਹੜਾ ਐਕੈਡਮਿਕ ਸਕਿੱਲਸ ਹੈ ਉਹ ਵੀ ਕਿਤੇ ਨਾ ਕਿਤੇ ਬੈਲੈਂਸ ਹੋਣਾ ਜ਼ਰੂਰੀ ਹੈ। ਅਗਰ ਤੁਹਾਡੇ ਨੰਬਰ 33-35% ਹੈ ਔਰ ਤੁਹਾਡੇ ਬੈਂਡ 7.5 ਹੈ ਤਾਂ ਇਟਸ ਕੁਆਇਟ ਡਿਫਿਕਲਟ ਟੂ ਗੈਟ ਵੀਜ਼ਾ ਫॉर ਐਨੀ ਕੋਰਸ ਔਰ ਪ੍ਰੋਗਰਾਮ ਇਨ ਕੈਨੇਡਾ, ਬਿਕੋਜ਼ ਰੀਜ਼ਨ ਬੀਇੰਗ ਕਿ ਮਤਲਬ ਸਿਰਫ ਆਇਲਸ ਬੈਂਡ ਮੈਟਰ ਨਹੀਂ ਕਰਦਾ, ਤੁਹਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ ਬਟ ਤੁਹਾਡੀ ਸਮਝਣ ਦੀ ਤਾਕਤ ਬਹੁਤ ਘੱਟ ਹੈ। ਆਈ ਐਮ ਟਾਕਿੰਗ ਅਬਾਊਟ ਦਾ ਐਕੈਡਮਿਕ ਥਿੰਗਸ, ਠੀਕ ਹੈ। ਔਰ ਜਾਂ ਤੁਹਾਡੇ ਅਗਰ 80-90% ਹੈ, ਪੰਜਾਬ ਬੋਰਡ ਦਾ ਬੱਚਾ ਪੜ੍ਹਿਆ, ਹਰਿਆਣਾ ਬੋਰਡ ਦਾ ਬੱਚਾ ਪੜ੍ਹਿਆ, ਲੇਕਿਨ ਕਿਤੇ 5.5 ਜਾਂ 5 ਤੋਂ ਉੱਪਰ ਬੈਂਡ ਨਹੀਂ ਆ ਰਹੇ ਤੇ ਸਟਿਲ ਦੇ ਆਰ ਨਾਟ ਏਬਲ ਟੂ ਅੰਡਰਸਟੈਂਡ ਦਾ ਇੰਟਰਨੈਸ਼ਨਲ ਲੈਂਗੁਏਜ, ਤਾਂ ਬੇਸਿਕਲੀ ਚੀਜ਼ਾਂ ਬੈਲੈਂਸ ਹੋਣੀਆਂ ਚਾਹੀਦੀਆਂ। ਕੋਈ ਵੀ ਵੀਜ਼ਾ ਆਫਿਸਰ, ਕੋਈ ਵੀ ਕੰਟਰੀ ਕਦੀ ਵੀ ਵੀਜ਼ਾ ਦੇਣ ਤੋਂ ਪਹਿਲੇ 2-3 ਚੀਜ਼ਾਂ ਹੀ ਦੇਖਦਾ। ਸਭ ਤੋਂ ਪਹਿਲੇ ਤੁਹਾਡੀ ਫਾਈਨੈਂਸ਼ੀਅਲ ਕੈਪੈਸਿਟੀ ਕੀ ਹੈ, ਤੁਹਾਡੇ ਪੇਰੈਂਟਸ ਦੀ, ਚਾਹੇ ਉਹ ਜਰਮਨ ਹੈ ਬਲੌਕ ਅਕਾਊਂਟ ਦੇ ਨਾਲ ਦੇਖਦਾ, ਫੀਸ ਦੇ ਨਾਲ ਦੇਖਦਾ, ਕੈਨੇਡਾ ਹੈ, ਤੁਹਾਡਾ ਨਿਊਜ਼ੀਲੈਂਡ ਹੈ, ਆਪਣਾ ਇਹ ਕੀ ਕਹਿੰਦੇ ਆ ਉਹਨੂੰ GIC ਦਾ ਸਰਟੀਫਿਕੇਟ ਲੈ ਲਿਆ 1 ਸਾਲ ਦੀ ਲਿਵਿੰਗ ਕਾਸਟ ਦੇ ਨਾਲ, ਔਰ ਇੱਦਾਂ ਹੀ ਤੁਹਾਡਾ ਨਿਊਜ਼ੀਲੈਂਡ ਵੀ 1 ਈਅਰ ਦੀ ਲਿਵਿੰਗ ਕਾਸਟ ਲੈ ਲੈਂਦਾ ਹੈ, ਠੀਕ ਹੈ। ਤਾਂ ਕੁਝ ਕੰਟਰੀਜ਼, UK ਤੁਹਾਨੂੰ ਕਹਿੰਦਾ ਕਿ 28 ਦਿਨ ਪੁਰਾਣੇ ਫੰਡ ਦਿਖਾਓ, ਮਤਲਬ ਵਟ ਇਜ਼ ਦਾ ਪਰਪਸ ਆਫ ਸ਼ੋਇੰਗ ਥੀਸ ਫੰਡਸ ਔਰ ਡਿਪੋਜ਼ਿਟ ਦਾ ਮਨੀ ਐਜ਼ ਅ ਪਾਰਟ ਆਫ ਐਜ਼ ਅ ਫਾਰਮ ਆਫ ਲਿਵਿੰਗ ਕਾਸਟ ਆਫ ਦਾ ਸਟੂਡੈਂਟ, ਕਿ ਉਹਨਾਂ ਦਾ ਪਰਪਸ ਇਹ ਹੈ ਕਿ ਫਾਈਨੈਂਸ਼ੀਅਲੀ ਤੁਸੀਂ ਸਾਊਂਡ ਹੋ ਇੰਨੇ ਕਿ ਤੁਸੀਂ ਜਾਂ ਤੁਹਾਡੇ ਪੇਰੈਂਟਸ ਆਰ ਏਬਲ ਟੂ ਬੀਅਰ ਦਾ ਕਾਸਟ ਆਫ ਯੂਰ ਸਟੱਡੀਜ਼ ਇਨ ਦੈਟ ਪਾਰਟਿਕੂਲਰ ਕੰਟਰੀ। ਪੁਆਇੰਟ ਨੰਬਰ 2, ਤੁਹਾਡਾ ਐਕੈਡਮਿਕ
ਔਰ ਅੰਗਰੇਜ਼ੀ ਦਾ ਜਿਹੜਾ ਲੈਵਲ ਹੈ ਉਹ ਇੰਨਾ ਕੁ ਹੋਣਾ ਚਾਹੀਦਾ ਹੈ ਕਿ ਤੁਸੀਂ ਉਸ ਸਟੈਂਡਰਡ ਨੂੰ ਬੀਟ ਕਰ ਸਕੋ। ਬੇਸਿਕਲੀ ਦੋਨਾਂ ਦਾ ਬੈਲੈਂਸ ਜ਼ਰੂਰੀ ਹੈ। Balance ਜ਼ਰੂਰੀ, exactly. ਵਿਦਆਊਟ ਆਇਲਸ ਜਾਂ ਵਿਦਆਊਟ ਅਕੈਡਮਿਕ ਸਕੋਰ ਚੰਗੇ ਵੀਜ਼ਾ ਪੋਸੀਬਲ ਨਹੀਂ ਹੈ। ਦੋਨਾਂ ਦਾ ਬੈਲੈਂਸ ਹੋਏਗਾ ਤਾਂ ਹੀ ਤੁਸੀਂ ਵੀਜ਼ਾ ਲੈਣ ਲਈ ਐਲੀਜੀਬਲ ਬਣਦੇ ਹੋ। ਕਿਸੇ ਵੀ ਕੰਟਰੀ ਨੂੰ ਲੈ ਕੇ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਜਾਂ UK, ਕੋਈ ਸਰਵਿਸ ਚਾਹੀਦੀ ਹੈ ਕਾਉਂਸਲਿੰਗ ਸੰਬੰਧੀ ਤਾਂ ਇਹਨਾਂ ਤੱਕ ਕਾਲ ਕਰ ਸਕਦੇ ਹੋ। ਫ੍ਰੀ ਆਫ ਕਾਸਟ ਕਾਉਂਸਲਿੰਗ ਦੀ ਸਰਵਿਸ ਜਿਹੜੀ ਉਹ ਤੁਹਾਨੂੰ ਪ੍ਰੋਵਾਈਡ ਕਰਾਈ ਜਾਏਗੀ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ, ਪਰ ਭਾਜੀ ਨੇ ਜਿਵੇਂ ਵਾਅਦਾ ਕੀਤਾ ਨੈਕਸਟ ਸ਼ੋਅ ਦੇ ਵਿੱਚ ਉਹ ਬੱਚੇ ਨੂੰ ਲੈ ਕੇ ਜਿਹਦਾ ਬੈਨ ਤੋਂ ਬਾਅਦ ਵੀ ਵੀਜ਼ਾ ਲਿਆ, ਜ਼ਰੂਰ ਉਹਦੇ ਨਾਲ ਗੱਲਬਾਤ ਸਾਂਝੀ ਕਰਾਂਗੇ। ਸ਼ੋਅ 'ਚ ਆਇਆ ਤੇ ਅਸੀਂ ਆਪਣੇ ਵੀ ਸਵਾਲ ਉਹ ਤੱਕ ਜ਼ਰੂਰ ਰੱਖਾਂਗੇ। ਬਟ ਭਾਜੀ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।